ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਬੇਸ਼ੁਮਾਰ ਅਥਾ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਧੰਨ ਸਾਹਿਬ ਕਮਾਲ, ਜਾਗਤ ਜੋਤ, ਸਰਬੇ ਕਾਇਨਾਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਗੁਰਤਾ ਗੱਦੀ ਸੁਭਾਇਮਾਨ, ਚਵਰ ਛਤਰ ਤਖਤ ਦੇ ਮਾਲਕ, ਦੀਨਾ ਬੰਧੂ ਭਗਤ ਵਛਲ ਕਰਣਾ ਨਿਧਾਨ, ਕਲਯੁਗ ਕੇ ਰਾਖੇ। ਗਿਆਨ ਨਾਮ ਬਾਣੀ ਕੇ ਮੋਹਿਤ, ਰਾਜਾਨ ਰਾਜ ਭਾਨ ਆਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਨਾਮ ਸਰੂਪ, ਗਿਆਨ ਸਰੂਪ, ਬਾਣੀ ਸਰੂਪ ਪ੍ਰਤੱਖ ਸਤਿਗੁਰੂ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਪਾਰ ਬਖਸ਼ਿਸ਼ ਕਿਰਪਾ ਰਹਿਮਤਾਂ ਦਾ ਸਦਕਾ ਕੁਝ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਸਹਿਜ ਭਾਵ ਦੇ ਅੰਦਰ, ਨਿਮਰਤਾ ਭਾਵ ਦੇ ਅੰਦਰ, ਪ੍ਰੇਮ ਭਾਵ ਦੇ ਅੰਦਰ ਉਸ ਪਰਮੇਸ਼ਰ ਦੀ ਯਾਦ ਵਿੱਚ ਜੁੜਨ ਦਾ ਜੋ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ, ਬੜੀ ਰਹਿਮਤ ਕੀਤੀ ਹੈ, ਬੜੀ ਦਇਆ ਕੀਤੀ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨਾਂ ਭਾਗਾਂ ਤੋਂ ਸਤ ਸੰਗਤ ਨਹੀਂ ਲੱਭਦੀ। ਵਡ ਭਾਗੀ ਹਰ ਸੰਗਤ ਪਾਵੈ, ਵੱਡਿਆਂ ਭਾਗਾਂ ਕਰਕੇ ਹੀ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ। ਜੀਵਨ ਭਾਵ ਦੇ ਅੰਦਰ ਜੋ ਸਿੱਖ ਦਾ ਨਿਯਮ ਹੈ, ਬਾਕੀ ਨਿਯਮਾਂ ਦੇ ਨਾਲ ਨਾਲ ਸੇਵਾ ਔਰ ਸਿਮਰਨ ਦਾ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਆਪਣੇ ਸਿੱਖ ਨੂੰ, ਸਿੱਖ ਦੇ ਜੀਵਨ ਦੇ ਵਿੱਚ ਇਹ ਦੋ ਪਹਿਲੂ ਹੋਣੇ ਬਹੁਤ ਹੀ ਲਾਜ਼ਮੀ ਨੇ, ਸੇਵਾ ਔਰ ਸਿਮਰਨ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਜੋ ਅਸੀਂ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਰਵਣ ਕਰਦੇ ਹਾਂ, ਸੁਣਦੇ ਹਾਂ, ਅਤੇ ਉਸ ਉਪਦੇਸ਼ ਨੂੰ ਜੇਕਰ ਅਸੀਂ ਕਮਾ ਲਈਏ ਤਾਂ ਸਾਡੇ ਜੀਵਨ ਦੀ ਕਾਇਆ ਕਲਪ ਹੋ ਸਕਦੀ ਹੈ। ਉਹ ਕੁਝ ਹਾਸਲ ਕਰ ਸਕਦੇ ਹਾਂ ਜੋ ਕੁਝ ਅਸੀਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ। ਪਰ ਸ਼ਰਤ ਇਹ ਹੈ ਕਿ ਕਿਤਨਾ ਕੁ ਅਸੀਂ ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਸਰਵਣ ਕਰਕੇ ਮੰਨਣ ਕਰਦੇ ਹਾਂ ਅਤੇ ਉਹਦੇ 'ਤੇ ਅਮਲ ਕਰਦੇ ਹਾਂ, ਕਿੰਨਾ ਕੁ ਅਸੀਂ ਜੁੜਦੇ ਹਾਂ। ਇਹ ਅਸੀਂ ਵੇਖਣਾ ਹੈ ਕਿ ਜੇ ਪ੍ਰਾਪਤੀਆਂ ਚਾਹੀਦੀਆਂ ਨੇ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਹੁਕਮ ਕੀਤਾ ਹੈ, ਉਹ ਜੋ ਉਪਦੇਸ਼ ਸਾਨੂੰ ਦ੍ਰਿੜ ਕਰਵਾਇਆ ਹੈ, ਉਸ ਆਸ਼ੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਢਾਲਣਾ ਕਰੀਏ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਆਪਣੇ ਸਿੱਖ ਨੂੰ ਇਹ ਹੁਕਮ ਕੀਤਾ ਹੈ ਸੇਵਾ ਔਰ ਸਿਮਰਨ ਦਾ, ਜੇ ਆਪਾਂ ਸੇਵਾ ਦਾ ਪੱਖ ਲਈਏ, ਜੋ ਗੁਰੂ ਘਰ ਦੇ ਅੰਦਰ ਸੇਵਾ ਦਾ ਸੰਕਲਪ ਹੈ,
ਕਿ ਸਤਿਗੁਰੂ ਪਾਤਸ਼ਾਹ ਜੀ ਸੇਵਾ ਦੀ ਬਾਬਤ ਆਪਣੇ ਸਿੱਖ ਨੂੰ ਸਮਝਾਉਂਦੇ ਕੀ ਨੇ, ਸਿੱਖਿਆ ਕੀ ਦੇ ਰਹੇ ਨੇ, ਉਪਦੇਸ਼ ਕੀ ਦਿਨ ਕਰਵਾਉਂਦੇ ਹੈ। ਸੇਵਾ ਗੁਰੂ ਪਿਆਰਿਓ, ਗੁਰੂ ਘਰ ਦੇ ਅੰਦਰ ਦੋ ਪ੍ਰਕਾਰ ਦੀ ਸੇਵਾ ਜਿਹੜੀ ਹੈ ਇਹ ਪ੍ਰਵਾਨਿਕ ਹੈ। ਦੋ ਪ੍ਰਕਾਰ ਦੀ ਸੇਵਾ, ਇੱਕ ਹੈ ਸਾਕਾਮ ਸੇਵਾ, ਇੱਕ ਹੈ ਨਿਸ਼ਕਾਮ ਸੇਵਾ। ਦੋ ਪ੍ਰਕਾਰ ਦੀ ਸੇਵਾ ਹੈ। ਗੁਰੂ ਘਰ ਦੇ ਅੰਦਰ ਦੋਨੇ ਪ੍ਰਕਾਰ ਦੀ ਸੇਵਾ ਪ੍ਰਮਾਣਿਤ ਹੈ, ਭਾਵੇਂ ਸਾਕਾਮ ਸੇਵਾ ਹੋਵੇ ਅਤੇ ਭਾਵੇਂ ਨਿਸ਼ਕਾਮ ਸੇਵਾ ਹੋਵੇ। ਸਾਕਾਮ ਸੇਵਾ ਉਹ ਹੁੰਦੀ ਹੈ ਜੋ ਵੀ ਕਿਸੇ ਵੀ ਕਾਮਨਾ ਨੂੰ ਲੈ ਕੇ ਕੀਤੀ ਜਾਵੇ, ਕੋਈ ਨਾ ਕੋਈ ਮਨੋਰਥ ਨੂੰ ਲੈ ਕੇ ਕੀਤੀ ਜਾਵੇ, ਕੋਈ ਨਾ ਕੋਈ ਮਨ ਵਿੱਚ ਕੋਈ ਇੱਕ ਇੱਛਾ ਧਾਰ ਕੇ ਕੀਤੀ ਜਾਵੇ, ਉਹਨੂੰ ਕਹਿੰਦੇ ਹੈ ਸਾਕਾਮ ਸੇਵਾ। ਅਤੇ ਇਹ ਵੀ ਪ੍ਰਮਾਣਿਤ ਹੈ ਮਹਾਰਾਜ ਜੀ ਦੇ ਘਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਜੋ ਹੁਕਮ ਨੇ। ਅਤੇ ਇੱਕ ਹੈ ਨਿਸ਼ਕਾਮ ਸੇਵਾ, ਕੋਈ ਕਾਮਨਾ ਧਾਰਨ ਤੋਂ ਬਿਨਾਂ ਹੀ, ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ, ਪਰ ਸੇਵਾ ਹੀ ਕਰਨੀ, ਇਹ ਸਮਝ ਕੇ ਕਿ ਮੇਰੇ ਪਾਤਸ਼ਾਹ ਦਾ, ਮੇਰੇ ਗੁਰੂ ਦਾ, ਮੇਰੇ ਸਾਹਿਬ ਜੀ ਦਾ, ਮੇਰੇ ਮਾਲਕ ਦਾ ਜੋ ਹੁਕਮ ਹੈ ਮੈਨੂੰ ਕਿ ਸੇਵਾ ਕਰਨੀ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜੈਸ ਤੂੰ ਆਪ ਕਰਾਏ। ਹੁਣ ਇੱਕ ਪੱਖ ਦੇ ਵਿੱਚ ਕਈ ਮੇਰੇ ਵਰਗੇ ਭੁੱਲੜ ਇਹ ਵੀ ਕਹਿ ਦਿੰਦੇ ਹੈ ਕਿ ਜੀ ਜੇ ਉਹ ਕਰਵਾਵੇ ਤਾਂ ਹੀ ਸੇਵਾ ਹੋ ਸਕਦੀ ਹੈ, ਜੇ ਉਹ ਕਰਵਾ ਹੀ ਨਹੀਂ ਰਿਹਾ ਤਾਂ ਅਸੀਂ ਸੇਵਾ ਕਰ ਹੀ ਨਹੀਂ ਰਹੇ। ਗੁਰੂ ਪਿਆਰਿਓ, ਸੇਵਾ ਕਰਵਾਉਂਦਾ ਉਹੀ ਹੈ, ਗੁਰੂ ਸਾਨੂੰ ਬਲ ਬਖਸ਼ਿਸ਼ ਕਰਦਾ ਹੈ, ਪਰ ਜੇ ਸਾਡੇ ਅੰਦਰੋਂ ਇਹ ਇੱਛਾ ਹੋਵੇ ਕਿ ਅਸੀਂ ਸੇਵਾ ਕਰੀਏ, ਅਸੀਂ ਅਰਦਾਸ ਕਰੀਏ, ਬੇਨਤੀ ਕਰੀਏ, ਜੋਦੜੀ ਕਰੀਏ ਕਿ ਸਤਿਗੁਰੂ ਸੇਵਾ ਬਖਸ਼ਿਸ਼ ਕਰਦੇ ਰਹੋ, ਮੈਂ ਸੇਵਾ ਕਰਦਾ ਰਹਾਂ, ਮੈਂ ਤੇਰੇ ਚਰਨਾਂ ਕਮਲਾਂ ਵਿੱਚ ਜੁੜਦਾ ਰਹਾਂ, ਮੈਂ ਤੇਰੇ ਦਰ ਵਿੱਚ ਸੇਵਾ ਕਰਦਾ ਹੀ ਰਹਾਂ। ਜਿਵੇਂ ਭਾਈ ਪਾਰੋ ਜੀ, ਜਿਨ੍ਹਾਂ ਨੂੰ ਪਰਮਹੰਸ ਦੀ ਪਦਵੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਾਹਦੇ ਕਰਕੇ? ਸੇਵਾ ਕਰਕੇ। ਸੇਵਾ ਕਰਦੇ ਕਰਦੇ ਇਤਨਾ ਪ੍ਰੇਮ ਗੁਰੂ ਦਾ ਹਿਰਦੇ ਵਿੱਚ ਜਾਗ ਪਿਆ ਅਤੇ ਹਰ ਵਕਤ ਸੇਵਾ ਹੀ ਸੇਵਾ ਕਰਦੇ ਹੈ, ਹਰ ਵਕਤ ਸੇਵਾ ਕਰਦੇ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਪਾਰੋ ਜੀ ਤੁਹਾਡੀ ਸੇਵਾ ਪ੍ਰਵਾਨ ਹੈ, ਮੰਗੋ ਕੀ ਮੰਗਦੇ ਹੋ? ਕਹਿਣ ਲੱਗੇ, ਮਹਾਰਾਜ ਤੁਸੀਂ ਸਭ ਕੁਝ ਦੇਣ ਵਾਲੇ ਹੋ, ਸਭ ਕੁਝ ਤੁਹਾਡੀ ਬਖਸ਼ਿਸ਼ ਹੈ ਅਤੇ ਮੈਨੂੰ ਕੁਝ ਨਹੀਂ ਚਾਹੀਦਾ। ਕਹਿਣ ਲੱਗੇ, ਨਹੀਂ, ਕੁਝ ਨਾ ਕੁਝ ਮੰਗਣਾ ਪਏਗਾ। ਕਹਿਣ ਲੱਗੇ, ਮਹਾਰਾਜ ਜਿਹਨੂੰ ਤੁਹਾਡਾ ਦਰ ਮਿਲਿਆ ਅਤੇ ਉਹਨੂੰ ਹੋਰ ਚਾਹੀਦਾ ਕੀ ਹੈ? ਮਹਾਰਾਜ ਨੇ ਤੀਸਰੀ ਵਾਰ ਫੇਰ ਕਿਹਾ, ਕਹਿਣ ਲੱਗੇ, ਨਹੀਂ, ਸਾਡੀ ਖੁਸ਼ੀ ਵਾਸਤੇ ਕੁਝ ਨਾ ਕੁਝ ਤਾਂ ਮੰਗ ਲੈ। ਕਹਿਣ ਲੱਗੇ, ਜੇ ਤੁੱਠੇ ਹੋ ਕਿਰਪਾ ਕਰੋ, ਜਿਹੜੀ ਸੇਵਾ ਕਰਕੇ ਤੁੱਠੇ ਹੋ ਇਹ ਸੇਵਾ ਮੈਂ ਇਸੇ ਤਰ੍ਹਾਂ ਕਰਦਾ ਰਹਾਂ, ਇਹੀ ਕੁਝ ਮੰਗਦਾ। ਸੇਵਾ ਸਤਿਗੁਰੂ ਪਾਤਸ਼ਾਹ ਜੀ ਆਪਣੇ ਸਿੱਖ 'ਤੇ ਕਿਰਪਾ ਕਰਦੇ ਹੈ। ਸਿੱਖ ਮੰਗੇ ਤਾਂ ਸਹੀ ਕਿ ਸਤਿਗੁਰੂ ਜੀ ਇਹ ਦਾਤਿਆ ਕਿ ਮੈਂ ਤੇਰੇ ਦਰ ਦੀ ਸੇਵਾ ਕਰਦਾ ਰਹਾਂ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਚਿਤ ਲਾ ਕੇ ਸੇਵਾ ਕਰੀਏ। ਮੇਰੇ ਵਰਗੇ ਨੂੰ ਕਿਤੇ ਸੇਵਾ ਦਾ ਮੌਕਾ ਬਣੇ ਤੇ ਪਹਿਲਾਂ ਹੀ ਖਿੱਚਦਾ ਰਹਿੰਦਾ ਹੈ ਕਿ ਪਤਾ ਨਹੀਂ ਹੁਣ ਕਿੰਨਾ ਕੁ ਸਮਾਂ ਲੱਗ ਜਾਏਗਾ। ਕਿਉਂ? ਕਿਉਂਕਿ ਸਾਡਾ ਚਿੱਤ ਸੇਵਾ 'ਚ ਜੁੜਦਾ ਨਹੀਂ, ਸਾਡੀ ਰੁਚੀ ਨਹੀਂ ਬਣਦੀ ਸੇਵਾ ਦੇ ਵਿੱਚ, ਸਾਡਾ ਪ੍ਰੇਮ ਨਹੀਂ ਜਾਗਦਾ ਸੇਵਾ ਕਰਨ ਵਿੱਚ। ਅਸੀਂ ਇਹ ਵੇਖਦੇ ਰਹਿੰਦੇ ਹਾਂ ਕਿ ਮੈਂ ਕਿਵੇਂ ਨਾ ਕਿਵੇਂ ਸੌਖਾ ਹੀ ਰਹਾਂ, ਮੈਨੂੰ ਕੁਛ ਨਾ ਕੁਛ ਕਰਨਾ ਹੀ ਨਾ ਪਵੇ, ਬੈਠੇ ਬਿਠਾਏ ਨੂੰ ਸਭ ਕੁਝ ਮਿਲ ਜਾਏ। ਪਰ ਗੁਰੂ ਕਹਿੰਦਾ ਹੈ ਅਤੇ ਭਲਿਆ ਉਹ ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਗੁਰੂ ਤੋਂ ਕੁਝ ਪ੍ਰਾਪਤੀ ਚਾਹੁੰਦਾ ਹੈ, ਗੁਰੂ ਦੀ ਕੋਈ ਕਿਰਪਾ ਚਾਹੁੰਦਾ ਹੈ, ਜੇ ਗੁਰੂ ਤੋਂ ਕੋਈ ਬਖਸ਼ਿਸ਼ਾਂ ਰਹਿਮਤਾਂ ਚਾਹੁੰਦਾ ਹੈ ਤਾਂ ਤੈਨੂੰ ਸੇਵਾ ਕਰਨੀ ਪੈਣੀ ਹੈ ਅਤੇ ਤੈਨੂੰ ਆਪਣੇ ਹੱਥ ਪੈਰ ਸਫਲੇ ਕਰਨੇ ਪੈਣਗੇ। ਕਿਉਂਕਿ ਮਹਾਰਾਜ ਸਾਹਿਬ ਜੀ ਬਾਣੀ ਵਿੱਚ ਸਮਝਾਉਂਦੇ ਹੈ, ਕਰ ਸੇਵਾ
क्योंकि सेवक जिहड़ा है सेवा करके ही बनता है। नहीं तो मेरे वर्गे ने बड़े अखरां विच सेवादार लिखा लेना हुंदा जी, मैं तो गुरु घर दा सेवादार हाँ। मेरे वर्गा बह के कह दे जी मैं तो गुरु घर दा सेवादार हाँ, पर सेवा करनी ये बहुत बड़ी बख्शिश है। जेकर असी सेवा करिए, गुरु की कृपा ये बख्शिश लईए असी कि सेवा करिए। सेवादार कहाउणा बड़ा सौखा है गुरु प्यारिओ, पर सेवादार बनना बहुत ही औखा है। वेखो जीवन उन्हां मरजी वड़ियां दा जिन्हां ने सेवा कीती है, सारी जिंदगी सेवा नूं समर्पित होए है। जिहड़े सेवक किते बनना कोई खेड नहीं। पुराने ग्रंथां दा हवाला जेकर आपां लईए, एक दफ़ा कहिंदे भगवान श्री राम जी दे जिहड़े सेवक सेवादार कहाउण वाले, उन्हां दे प्रेम वाले सारे इकट्ठे होके बैठे ते भगवान श्री राम जी दा अनन भगत जिहड़ा है हनुमान जी ते वो भी बैठे है। ते सारे भगवान राम जी दे प्यार वाले एक दफ़ा कहन लगे हनुमान जी नूं, कहन लगे हनुमान जी ते असीं एक गल सोचते हैं कि तुहानूं तां कोई भी काम औखा नहीं लगता होएगा। कोई भी काम, किसी भी तरह का कोई भी काम होवे तुहानूं तां कोई औखा लगता ही नहीं होएगा। कहन लगे नहीं, ऐसी गल तां नहीं। कहन लगे नहीं, असीं सोचिया, असीं विचार के वेखिआ कि हनुमान जी नूं किसी प्रकार का कोई भी काम होवे वो झट ही कर लेंदे है, उन्हां वास्ते कोई मुश्किल वाली गल है ही नहीं। कहन लगे नहीं भरावो, मैनू भी बड़े औकड़ां आउंदियां ने। कहन लगे नहीं, तुहानूं की मुश्किल है? भगवान जी ने संजीवनी बूटी वास्ते कहा तो तुसीं पहाड़ ही चक लिया। ते असीं सारे जिस वेले लंका ते चढ़ाई करनी सी, पुल बनते रह गए तो तुसीं छलांग ला के चले गए। ये ग्रंथां विच जिक्र आउंदा है, हर जी से हर जन बड़े यही नेत भगवान, राम गए पुल बांध के कूद परे हनुमान। कूद के चले गए, तुसीं एक छलांग लाई, लंबी छलांग लाई तो तुसीं उत्थे पहुँच गए तो असीं सारे पुल बनते रह गए। इसलिए असीं सोचते हाँ कि तुहाडे लई तां कोई भी काम मुश्किल नहीं है। कहन लगे नहीं, मेरे लिए भी मुश्किल है। कहन लगे तुहाडे लिए की मुश्किल है? कहंदे मैनू जिहड़ा तुसीं सेवक कहंदे हो ना, भगवान दा सेवक है, ये सेवा करनी ही बहुत औखी है। कहंदे सबसे सेवक धर्म कठोरा, सब ते कठोर धर्म है सेवादार बनना। सेवादार कहाउणा ही सौखा है, पर सेवा करनी बहुत औखी है। कहन लगे इस करके मैनू भावें बड़े बड़े काम करना कोई मुश्किल नहीं लगता, पर जदों सेवक की गल आउंदी है उत्थे मेरे कोल भी मुश्किल है कि मैं अपने मालक की सेवा विच किवें सेवा करां। सेवा निभाउणी बहुत औखी गल है। सो इस करके गुरु प्यारिओ, सेवा महाराज साहब जी किते साडे ते किरपा करन, साडे अंदर ये प्रेम जागे कि सेवा करनी है। नहीं तो सेवा करते करते भी असी जे सतगुरु पातशाह ने सानू किते सबब बख्शिश कीता है सेवा का, तो असी चाह दे नाल करया करिए। ये सोच के ना करया करिए कि हुण पता नहीं कितना समा लग जाएगा। कई बार वेखण विच आया है, जदों किते सानू सेवा का मौका मिलता है, असी सेवा घट करते हाँ तो गल्लां बहुत करते हैं। अपनी गल करदा हुंदा गुरु प्यारिओ, दास हमेशा ही अपनी गल मुख रख के, क्योंकि मैनू मेरे मन का पता है, तुहानू तुहाडे मनां दा पता है, आपो अपने मनां दी हालत सानू सारिआं नू पता है कि असीं कित्थे कां। गुरु प्यारिओ, जदों सेवा का किते मौका बने तो सानू चाह चढ़ जाना चाहिए है कि सतगुरु जी तुसीं किरपा कीती है, इतनी दुनिया दे विच जितने इतने मनुख फिर रहे है, तो दातिया तू मैनू चुनिया सेवा दे वास्ते।
ਇਹ ਕਿਰਪਾ ਤੂੰ ਮੇਰੇ ਤੇ ਕੀਤੀ ਹੈ। ਚਾਅ ਚੜ੍ਹ ਜਾਏ ਸਾਨੂੰ, ਪਰ ਨਹੀਂ, ਅਸੀਂ ਸੇਵਾ ਕਰਦੇ ਕਰਦੇ ਨਾਲ ਹੀ ਨਿੰਦਿਆ ਚੁਗਲੀਆਂ, ਨਾਲ ਹੀ ਕਿਸੇ ਨਾ ਕਿਸੇ ਦੀਆਂ ਅਸੀਂ ਗਲਤੀਆਂ ਉੱਥੇ ਹੀ ਸਾਰਾ ਵਖਿਆਨ ਕਰਨਾ ਹੁੰਦਾ ਹੈ। ਪਰ ਜੇ ਕਿਤੇ ਮਨ ਵਿੱਚ ਪ੍ਰੇਮ ਜਾਗ ਕੇ ਸੇਵਾ ਕਰੀਏ, ਜਦੋਂ ਕਿਤੇ ਝਾੜੂ ਗੁਰੂ ਘਰ ਦੇ ਅੰਦਰ ਝਾੜੂ ਦੀ ਸੇਵਾ ਮਿਲ ਜਾਏ ਅਤੇ ਝਾੜੂ ਫੇਰਦੇ ਫੇਰਦੇ ਸਾਡੇ ਹਿਰਦੇ ਅੰਦਰ ਇਹ ਵਿਚਾਰ ਵੀ ਨਾਲ ਆਵੇ, ਸ਼ੁਭ ਵਿਚਾਰ ਕੇ ਸਤਿਗੁਰੂ ਜਿਵੇਂ ਇਹ ਝਾੜੂ ਫੇਰਿਆ ਜਾ ਰਿਹਾ ਹੈ, ਜਿਵੇਂ ਕੂੜਾ ਕਰਕਟ ਹੁੰਝਾ ਸਕੇ ਸਾਫ਼ ਕੀਤਾ ਜਾ ਰਿਹਾ ਹੈ, ਅਤੇ ਕਿਰਪਾ ਕਰ ਦਾਤਿਆ ਤੇਰੇ ਨਾਮ ਰੂਪੀ ਝਾੜੂ ਨੂੰ ਐਸੀ ਕਿਰਪਾ ਕਰ ਦੇ, ਮੇਰੇ ਹਿਰਦੇ ਵਿੱਚ ਜਿਹੜਾ ਕੂੜਾ ਕਰਕਟ ਭਰਿਆ ਵਿਸ਼ਿਆਂ ਵਿਕਾਰਾਂ ਦਾ, ਅਤੇ ਇਹ ਵੀ ਹੂੰਝ ਕੇ ਸਾਫ਼ ਕਰ ਦੇ। ਇਹ ਕਿਰਪਾ ਕਰ। ਜਦੋਂ ਕਿਤੇ ਬਰਤਨ ਮਾਂਜਣ ਦੀ ਸੇਵਾ ਸਾਨੂੰ ਮਿਲਦੀ ਹੈ ਅਤੇ ਇਹ ਭਾਵ ਰੱਖ ਕੇ ਕਿ ਸਤਿਗੁਰੂ ਜਿਵੇਂ ਬਰਤਨਾਂ ਦੀ ਜੂਠ ਮਾਂਜੀ ਜਾ ਰਹੀ ਹੈ, ਇਸੇ ਤਰ੍ਹਾਂ ਕਿਰਪਾ ਕਰ ਦੇ ਜਿਹੜੇ ਸਾਡੇ ਹਿਰਦੇ ਵਿੱਚ ਵਿਸ਼ੇ ਵਿਕਾਰਾਂ ਦੀ ਜੂਠ ਚੜ੍ਹੀ ਹੈ, ਉਹ ਮਾਂਜ ਕੇ ਆਪਣੇ ਨਾਮ ਦੇ ਨਾਲ ਮਾਂਜਦੇ ਦਾਤਿਆ, ਇਹ ਕਿਰਪਾ ਕਰਦੇ। ਜਦੋਂ ਦਰੀਆਂ ਤੱਪੜ ਝਾੜਨ ਦਾ ਕਿਤੇ ਸੁਭਾਅ ਬਣਦਾ ਹੈ, ਕਦੋਂ ਇਹ ਸੇਵਾ ਪ੍ਰਾਪਤ ਹੁੰਦੀ ਹੈ, ਅਤੇ ਚਾਅ ਕਰਕੇ ਕਿ ਸਤਿਗੁਰੂ ਮੇਰੇ ਹਿਰਦੇ ਵਿੱਚ ਜਿਹੜਾ ਵਿਸ਼ੇ ਵਿਕਾਰਾਂ ਦਾ ਗਰਦੋ ਗਵਾਰ ਚੜ੍ਹਿਆ ਹੈ, ਇਹ ਵੀ ਨਾਮ ਦੇ ਦੁਆਰਾ ਤੂੰ ਝਾੜ ਦੇ ਦਾਤਿਆ, ਕਿਰਪਾ ਕਰ। ਸੇਵਾ ਮੰਗ ਕੇ ਲਈਏ ਅਸੀਂ ਗੁਰੂ ਤੋਂ। ਗੁਰੂ ਪਿਆਰਿਓ, ਅਸੀਂ ਸੇਵਾਦਾਰ ਨਹੀਂ ਬਣਦੇ, ਅਸੀਂ ਸੇਵਕ ਬਣਨ ਦੇ ਵਿੱਚ ਝਿਜਕਦੇ ਹਾਂ। ਉੱਦਾਂ ਅਸੀਂ ਨਾਂ ਲਿਖਾਉਣ ਵਿੱਚ ਤਾਂ ਸਭ ਤੋਂ ਮੂਹਰੇ ਹਾਂ। ਮੇਰੇ ਵਰਗਾ ਭਾਵੇਂ ਲਿਖਾ ਲਵੇ ਕਿ ਸੇਵਾਦਾਰ ਹੈ ਜੀ ਗੁਰੂ ਘਰ ਦਾ, ਪਰ ਜੇਕਰ ਸਹੀ ਮਾਇਨੇ ਵਿੱਚ ਸੇਵਾ ਕੀਤੀ ਜਾਏ। ਸੋ ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਸੇਵਕ ਕਉ ਸੇਵਾ ਬਣਿਆਈ। ਸੇਵਕ ਉਹੀ ਹੈ ਜਿਹਨੂੰ ਸੇਵਾ ਬਣਿਆ ਆਵੇ, ਜਿਹੜਾ ਚਾਅ ਦੇ ਨਾਲ ਸੇਵਾ ਕਰੇ। ਅਤੇ ਜੇਕਰ ਚਾਅ ਦੇ ਨਾਲ ਸੇਵਾ ਕਰੇ ਤਾਂ ਫਿਰ ਹੱਥ ਪੈਰ ਵੀ ਸਫਲੇ ਹੋ ਜਾਂਦੇ ਆ। ਅਤੇ ਜੇ ਸੇਵਾ ਹੀ ਨਹੀਂ ਕਰ ਰਿਹਾ ਤਾਂ ਫਿਰ ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਬਿਨ ਸੇਵਾ ਧ੍ਰਿਗ ਹੱਥ ਪੈਰ, ਧ੍ਰਿਘਾਰ ਨੇ ਹੱਥ ਵੀ ਅਤੇ ਧ੍ਰਿਘਾਰ ਨੇ ਪੈਰ ਵੀ ਜੇ ਸੇਵਾ ਵਿੱਚ ਨਹੀਂ ਜੁੜਦੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਦਫਾ ਆਪ ਸੁਣਦੇ ਰਹਿੰਦੇ ਹੋ, ਇਤਿਹਾਸਕ ਹਵਾਲਾ ਹੈ ਕਿ ਮਹਾਰਾਜ ਸਾਹਿਬ ਜੀ ਨੇ ਆਵਾਜ਼ ਦਿੱਤੀ ਆਪਣੇ ਸਿੱਖ ਨੂੰ ਕਿ ਭਾਈ ਜਲ ਛਕਾਓ, ਪਿਆਸ ਲੱਗੀ ਹੈ। ਅਤੇ ਇੱਕ ਸੰਗਤ ਵਿੱਚ ਬੈਠਾ ਨੌਜਵਾਨ ਜਿਹੜਾ ਭੱਜ ਕੇ ਜਾ ਕੇ ਗਿਆ, ਛੰਨਾ ਭਰ ਕੇ ਜਲ ਦਾ, ਬਾਟਾ ਭਰ ਕੇ ਜਲ ਦਾ ਲੈ ਕੇ ਆਇਆ, ਅਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਆ ਕੇ ਜਲ ਫੜਾਇਆ, ਕਹਿਣ ਲੱਗਾ ਮਹਾਰਾਜ ਛਕਣਾ ਕਰੋ। ਅਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਨੌਜਵਾਨਾਂ, ਤੇਰੇ ਹੱਥ ਬੜੇ ਕੋਮਲ ਨੇ, ਬਹੁਤ ਕੋਮਲ ਹੱਥ ਨੇ ਤੇਰੇ, ਅਤੇ ਕੀ ਕਰਦਾ ਹੁੰਦਾ ਹੈ? ਕਹਿਣ ਲੱਗਾ ਮਹਾਰਾਜ ਮੈਂ ਅੱਜ ਤੱਕ ਕੀਤਾ ਹੀ ਕੁਛ ਨਹੀਂ, ਮੈਂ ਕੁਝ ਨਹੀਂ ਕਰਦਾ। ਮਹਾਰਾਜ ਕਹਿਣ ਲੱਗੇ ਕੁਛ ਨਾ ਕੁਛ ਤਾਂ ਕਰਦਾ ਹੀ। ਕਹਿਣ ਲੱਗਾ ਜੀ ਨਹੀਂ, ਮੈਂ ਕੁਝ ਨਹੀਂ ਕਰਦਾ। ਹਉਮੈ ਦੇ ਬਚਨ ਬੋਲਣ ਲੱਗਾ। ਕਹਿਣ ਲੱਗਾ ਮਹਾਰਾਜ ਮੇਰੇ ਘਰ ਵਿੱਚ ਨੌਕਰ ਚਾਕਰ ਕੰਮ ਕਰਦੇ ਹੈ, ਮੈਂ ਅੱਜ ਤੱਕ ਕੋਈ ਵੀ ਕੰਮ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ ਕਦੇ ਸੇਵਾ ਕੀਤੀ ਹੈ? ਮਹਾਰਾਜ ਨੂੰ ਕਹਿਣ ਲੱਗਾ ਜੀ ਨਹੀਂ, ਮੈਂ ਅੱਜ ਤੱਕ ਕਦੇ ਸੇਵਾ ਨਹੀਂ ਕੀਤੀ। ਇਹ ਅੱਜ ਪਹਿਲੀ ਵਾਰ, ਉਹ ਵੀ ਤੁਸੀਂ ਆਵਾਜ਼ ਦਿੱਤੀ ਤਾਂ ਮੈਂ ਛੰਨਾ ਪਾਣੀ ਦਾ ਭਰ ਲੈ ਆਇਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ ਐਸੇ ਹੱਥਾਂ ਤੋਂ ਲੈ ਕੇ ਜਲ ਛਕਣਾ ਪਸੰਦ ਨਹੀਂ ਕਰਦੇ ਜਿਨ੍ਹਾਂ ਹੱਥਾਂ ਨੇ ਕਦੇ ਸਿੱਖਾਂ ਦੀ ਸੇਵਾ ਨਹੀਂ ਕੀਤੀ, ਜਿਨ੍ਹਾਂ ਹੱਥਾਂ ਨੇ ਕਦੇ ਸੰਗਤ ਦੀ ਸੇਵਾ ਨਹੀਂ ਕੀਤੀ। ਕਹਿਣ ਲੱਗੇ ਅਸੀਂ ਜਲ ਨਹੀਂ ਛਕ ਸਕਦੇ। ਕਿਉਂ? ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਹੋਰ ਜਿਤਨੇ ਵੀ ਕੰਮ ਧੰਦੇ ਹੈ ਸਾਰੇ ਵਿਅਰਥ ਨੇ।
ਬਿਨ ਸੇਵਾ ਧ੍ਰਿਗ ਹੱਥ ਪੈਰ, ਜੇ ਸੇਵਾ ਨਹੀਂ ਕਰਦੇ ਤਾਂ ਹੱਥ ਪੈਰ ਧ੍ਰਿਘਾਰ ਨੇ। ਧ੍ਰਿਘਾਰ ਕੀ ਹੁੰਦਾ ਹੈ? ਧ੍ਰਿਗ ਬਹੁਤ ਹੀ ਅਪਮਾਨਕ ਜਨਕ ਸ਼ਬਦ ਹੈ ਗੁਰੂ ਪਿਆਰਿਓ। ਗ੍ਰੰਥਾਂ ਵਿੱਚ ਵਿਚਾਰ ਹੁੰਦੀ ਹੈ, ਕਹਿੰਦੇ ਕਿ ਜੇ ਧ੍ਰਿਘਾਰ ਸਮਝਣਾ ਹੋਵੇ ਉਸ ਤੋਂ ਪਹਿਲਾਂ ਦੋ ਗੱਲਾਂ ਹੋਰ ਸਮਝਣੀਆਂ ਜ਼ਰੂਰੀ ਨੇ। ਕੀ ਹੈ? ਇੱਕ ਗਾਲ ਕੱਢੀ ਜਾਂਦੀ ਹੈ ਪੰਜਾਬੀ ਦੇ ਵਿੱਚ, ਕਹਿੰਦੇ ਹੈ ਵੀ ਦੁਰ ਫਿਟੇ ਮੂੰਹ। ਖਾਸ ਕਰਕੇ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਇਹ ਗਾਲ ਅਕਸਰ ਕੱਢਦੀਆਂ ਰਹਿੰਦੀਆਂ ਨੇ, ਦੁਰ ਫਿਟੇ ਮੂੰਹ। ਕਹਿੰਦੇ 100 ਵਾਰ ਕਿਸੇ ਨੂੰ ਦੁਰ ਫਿਟੇ ਮੂੰਹ, ਦੁਰ ਫਿਟੇ ਮੂੰਹ, ਦੁਰ ਫਿਟੇ ਮੂੰਹ ਕਹੀ ਜਾਵੇ ਤੇ ਇੱਕ ਵਾਰ ਲਾਹਣਤ ਕਹਿ ਦਈਏ ਤੇ ਇੱਕ ਬਰਾਬਰ ਬਣ ਜਾਂਦਾ ਹੈ। 100 ਵਾਰ ਕਿਸੇ ਨੂੰ ਦੁਰ ਫਿਟੇ ਮੂੰਹ ਕਹਿਣ ਦੀ ਲੋੜ ਨਹੀਂ, ਮੂੰਹ ਫਿਟਕਾਰਨ ਦੀ ਜ਼ਰੂਰਤ ਨਹੀਂ, ਇੱਕ ਵਾਰ ਲਾਹਣਤ ਕਹਿ ਦਈਏ ਇੱਕ ਬਰਾਬਰ ਹੈ। ਇਤਨਾ ਅਪਮਾਨਕਜਨਕ ਸ਼ਬਦ ਹੈ। ਵੈਸੇ ਤਾਂ ਦੁਰ ਫਿਟੇ ਮੂੰਹ ਕਹਿਣਾ ਕਿਸੇ ਨੂੰ ਇਹ ਬਹੁਤ ਮਾੜੀ ਗੱਲ ਹੈ ਗੁਰੂ ਪਿਆਰਿਓ। ਮੂੰਹ ਫਿਟਕਾਰਨਾ, ਇਹਦਾ ਅਰਥ ਕੀ ਬਣਦਾ ਹੈ? ਦੁਰ ਫਿਟੇ ਮੂੰਹ ਕਿ ਤੇਰਾ ਮੂੰਹ ਫਿੱਟ ਜਾਏ, ਬਹੁਤ ਭੈੜੀ ਗਾਲ ਹੈ ਗੁਰੂ ਪਿਆਰਿਓ। ਤੇ 100 ਵਾਰ ਦੁਰ ਫਿਟੇ ਮੂੰਹ ਕਹਿਣ ਦੀ ਬਜਾਏ ਇੱਕ ਵਾਰ ਲਾਹਣਤ ਕਹਿ ਦਈਏ ਇੱਕ ਬਰਾਬਰ ਹੋ ਜਾਂਦਾ ਹੈ। ਉਸ ਤੋਂ ਬਾਅਦ ਕਹਿੰਦੇ ਜੇਕਰ ਕਿਸੇ ਨੂੰ 100 ਵਾਰ ਲਾਹਣਤ 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 ਕਹਿ ਦਈਏ ਤੇ ਕਹਿੰਦੇ ਇੱਕ ਵਾਰ ਧ੍ਰਿਘਾਰ ਕਹਿ ਦਈਏ ਤੇ ਇੱਕ ਬਰਾਬਰ ਹੈ। ਸੋ ਕਹਿਣ ਤੋਂ ਭਾਵ ਗੁਰੂ ਪਿਆਰਿਓ, ਧ੍ਰਿਘਾਰ ਇਤਨਾ ਅਪਮਾਨਕਜਨਕ ਸ਼ਬਦ ਹੈ। ਬਿਨ ਸੇਵਾ ਧ੍ਰਿਗ ਹੱਥ ਪੈਰ, ਹੋਰ ਨਿਹਫਲ ਕਰਨੀ। ਸਤਿਗੁਰ ਪਾਤਸ਼ਾਹ ਕਿਰਪਾ ਕਰਨ ਕਿ ਅਸੀਂ ਇਸ ਧ੍ਰਿਘਾਰਤਾ ਤੋਂ ਬਚ ਜਾਈਏ ਤੇ ਅਸੀਂ ਸੇਵਾ ਦੇ ਵਿੱਚ ਜੁਟੀਏ, ਸੇਵਾ ਚਾਅ ਦੇ ਨਾਲ ਕਰੀਏ। ਸਤਿਗੁਰ ਪਾਤਸ਼ਾਹ ਕਿਰਪਾ ਕਰਨ ਸਾਨੂੰ ਸੋਝੀ ਆ ਜਾਏ, ਅਸੀਂ ਵੀ ਸੇਵਾ ਵਿੱਚ ਜੁਟੀਏ। ਸਤਿਗੁਰ ਪਾਤਸ਼ਾਹ ਕਿਰਪਾ ਕਰਨ ਸਾਡਾ ਵੀ ਇਹ ਇੱਥੇ ਆਇਆ ਹੋਇਆ ਸਫਲਾ ਹੋ ਜਾਏ, ਸਾਡਾ ਜੀਵਨ ਸਫਲਾ ਹੋ ਜਾਏ। ਸੇਵਾ ਕਰਦੇ ਕਰਦੇ ਅਸੀਂ ਵੀ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ। ਰਹਿੰਦੀਆਂ ਵਿਚਾਰਾਂ ਇਸੇ ਤਰ੍ਹਾਂ। ਸਤਿਗੁਰ ਪਾਤਸ਼ਾਹ ਕਿਰਪਾ ਕਰਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ, ਕਥਾ, ਕੀਰਤਨ, ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।